ਸਤਿ ਸ਼੍ਰੀ ਅਕਾਲ ਜੀ। ਮੈਂ ਜਦੋਂ ਵੀ ਆਪਣੇ ਘਰ ਵਿੱਚ ਉਸ ਜਵਾਨ ਮੁੰਡੇ ਨੂੰ ਵੇਖਦਾ ਤਾਂ ਮੇਰਾ ਖੂਨ ਖੋਲ ਉੱਠਦਾ। ਉਹ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਮੇਰੀ ਮਾਂ ਦਾ ਉਦਾਸ ਚਿਹਰਾ ਖਿਲ ਜਾਂਦਾ। ਇਹੋ ਜਿਹੀ ਖੁਸ਼ੀ ਤਾਂ ਅੱਜ ਤੱਕ ਮੈਂ ਮਾਂ ਦੇ ਚਿਹਰੇ 'ਤੇ ਨਹੀਂ ਵੇਖੀ, ਜਿੱਦਾਂ ਦੀ ਉਹ ਰਾਕੇਸ਼ ਲਈ ਦਿਖਾਉਂਦੀ ਸੀ। ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੇਰੀ ਮਾਂ ਦੀ ਮੰਜੀ ਦੇ ਬਿਲਕੁਲ ਕੋਲ ਬੈਠਾ ਸੀ ਉਹ। ਮੇਰੀ ਮਾਂ ਹੱਸ ਕੇ ਉਹਦੇ ਨਾਲ ਗੱਲਾਂ ਕਰ ਰਹੀ ਸੀ। ਮੈਂ ਅੱਜ ਤੱਕ ਕਦੀ ਵੀ ਆਪਣੀ ਮਾਂ ਨੂੰ ਹੱਸਦੇ ਹੋਏ ਕਿਸੇ ਨਾਲ ਗੱਲਾਂ ਕਰਦੇ ਨਹੀਂ ਵੇਖਿਆ, ਪਰ ਉਸ ਜਵਾਨ ਮੁੰਡੇ ਦੇ ਵਿੱਚ ਨਾ ਜਾਣੇ ਇਹੋ ਜਿਹੀ ਕਿਹੜੀ ਗੱਲ ਸੀ ਕਿ ਮੇਰੀ ਮਾਂ ਉਸ ਨੂੰ ਵੇਖ ਕੇ ਮੁਸਕਰਾਉਣ ਲੱਗਦੀ। ਉਸ ਦਾ ਚਿਹਰਾ ਖਿਲ ਜਾਂਦਾ ਜਿਸ ਤਰ੍ਹਾਂ ਕੋਈ ਫੁੱਲ ਖਿਲਦਾ ਹੋਵੇ। ਮੈਂ ਉਸ ਦੇ ਵੱਲ ਬੜੀ ਹੈਰਾਨੀ ਨਾਲ ਤੇ ਗੁੱਸੇ ਵਾਲੀ ਨਜ਼ਰ ਨਾਲ ਵੇਖਿਆ। ਮੈਨੂੰ ਵੇਖਦੇ ਹੀ ਉਹ ਮੰਜੇ ਤੋਂ ਉੱਠ ਖੜਾ ਹੋਇਆ ਤੇ ਕਹਿਣ ਲੱਗਾ, ਅੱਛਾ ਹੁਣ ਮੈਂ ਚੱਲਦਾ ਹਾਂ। ਸ਼ਾਇਦ ਮੇਰੇ ਆਉਣ ਦਾ ਕਰਕੇ ਉਹ ਕੁਝ ਘਬਰਾ ਜਿਹਾ ਗਿਆ ਸੀ। ਮੇਰੀ ਮਾਂ ਕਹਿਣ ਲੱਗੀ, ਬੈਠ ਹਜੇ ਨਹੀਂ ਜਾਣਾ। ਅੱਜ ਤਾਂ ਮੈਂ ਤੇਰੀ ਪਸੰਦ ਦਾ ਸਰੋਂ ਦਾ ਸਾਗ ਬਣਾਇਆ ਆ ਤੇ ਮੱਕੀ ਦੀ ਰੋਟੀ ਵੀ ਬਣਾਈ ਆ। ਰੁਕ, ਮੈਂ ਹੁਣੇ ਤੈਨੂੰ ਖਾਣਾ ਲਿਆ ਕੇ ਦਿੰਦੀ ਆ। ਮੇਰੀ ਮਾਂ ਦੀ ਗੱਲ ਹਜੇ ਇੱਥੋਂ ਤੱਕ ਪਹੁੰਚੀ ਹੀ ਸੀ ਕਿ ਉਹਨਾਂ ਦੀ ਨਜ਼ਰ ਮੇਰੇ 'ਤੇ ਪੈ ਗਈ। ਮੈਨੂੰ ਵੇਖਦੇ ਹੀ ਜਿਵੇਂ ਉਹਨਾਂ ਦਾ ਮੁਸਕਰਾਉਂਦਾ ਹੋਇਆ ਚਿਹਰਾ ਦੁਬਾਰਾ ਉਦਾਸ ਜਿਹਾ ਹੋ ਗਿਆ ਹੋਵੇ। ਉਹਨਾਂ ਦੀ ਬੋਲਦੀ ਹੋਈ ਜ਼ਬਾਨ ਬੰਦ ਹੋ ਗਈ ਹੋਵੇ। ਮੈਂ ਸਵੇਰ ਦਾ ਘਰੋਂ ਗਿਆ ਹੋਇਆ ਸੀ, ਹੁਣ ਥੱਕਿਆ ਹਾਰਿਆ ਘਰ ਵਾਪਸ ਆਇਆ ਸੀ, ਪਰ ਮੇਰੀ ਮਾਂ ਦੇ ਚਿਹਰੇ 'ਤੇ ਮੈਨੂੰ ਵੇਖ ਕੇ ਕੋਈ ਖੁਸ਼ੀ ਨਹੀਂ ਸੀ। ਨਾ ਹੀ ਮੇਰੇ ਕੋਲੋਂ ਪੁੱਛਿਆ ਕਿ ਬੇਟਾ ਤੈਨੂੰ ਭੁੱਖ ਲੱਗੀ ਆ। ਉਹਨਾਂ ਨੂੰ ਤੇ ਬਸ ਰਾਕੇਸ਼ ਦੀ ਫਿਕਰ ਸੀ। ਮੈਂ ਵੀ ਬਿਨਾਂ ਲਿਹਾਜ਼ ਕੀਤੇ ਰਾਕੇਸ਼ ਨੂੰ ਕਿਹਾ, ਤੂੰ ਤੇ ਜਾ ਰਿਹਾ ਸੀ, ਗਿਆ ਕਿਉਂ ਨਹੀਂ? ਤੈਨੂੰ ਦੇਰ ਨਹੀਂ ਹੋ ਰਹੀ? ਮੇਰੇ ਚਿਹਰੇ 'ਤੇ ਗੁੱਸਾ ਵੇਖ ਕੇ ਉਹ ਫੌਰਨ ਉੱਥੋਂ ਚਲਾ ਗਿਆ। ਮੇਰੀ ਮਾਂ ਦੇ ਚਿਹਰੇ 'ਤੇ ਗੁੱਸਾ ਦਿਖਾਈ ਦੇ ਰਿਹਾ ਸੀ। ਮੈਨੂੰ ਕਹਿਣ ਲੱਗੀ, ਉਹਨੂੰ ਭੁੱਖ ਲੱਗੀ ਸੀ, ਖਾਣਾ ਤਾਂ ਖਾਣ ਦਿੰਦਾ। ਮਾਂ ਦੀ ਬੇਚੈਨੀ ਉਸ ਲੜਕੇ ਲਈ ਵੇਖ ਕੇ ਮੇਰੇ ਅੰਦਰ ਜਿਵੇਂ ਅੱਗ ਲੱਗ ਗਈ ਹੋਵੇ। ਮੈਂ ਕਿਹਾ, ਉਹ ਆਪਣੇ ਘਰ ਜਾ ਕੇ ਖਾਣਾ ਖਾ ਲਵੇਗਾ। ਮੈਂ ਥੱਕਿਆ ਹੋਇਆ ਆਇਆ ਹਾਂ, ਮੈਨੂੰ ਖਾਣਾ ਦਿਓ, ਮੇਰੀ ਫਿਕਰ ਕਰਿਆ ਕਰੋ। ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਅਗਲੇ ਹੀ ਦਿਨ ਰਾਕੇਸ਼ ਨੂੰ ਮੈਂ ਆਪਣੇ ਘਰ ਤੋਂ ਆਉਣ ਤੋਂ ਮਨਾ ਕਰ ਦਿੱਤਾ, ਪਰ ਅੱਜ ਫਿਰ ਉਹ ਲੜਕਾ ਸਾਡੇ ਘਰ ਆਇਆ ਸੀ। ਮੈਂ ਘਰ ਆ ਰਿਹਾ ਸੀ ਤੇ ਉਹ ਘਰ ਤੋਂ ਜਾ ਰਿਹਾ ਸੀ। ਉਸਨੇ ਮੈਨੂੰ ਸਲਾਮ ਕੀਤਾ ਤੇ ਮੈਂ ਉਸਨੂੰ ਸਲਾਮ ਦਾ ਜਵਾਬ ਦਿੱਤਾ, ਪਰ ਮੇਰੇ ਚਿਹਰੇ 'ਤੇ ਬਹੁਤ ਗੁੱਸਾ ਸੀ। ਉਹਨੇ ਵੀ ਇਹ ਗੱਲ ਨੋਟ ਕਰ ਲਈ ਕਿ ਮੇਰੇ ਚਿਹਰੇ 'ਤੇ ਗੁੱਸਾ ਹੈ, ਕਿ ਮੈਨੂੰ ਉਸ ਦਾ ਇੱਥੇ ਆਉਣਾ ਬਿਲਕੁਲ ਪਸੰਦ ਨਹੀਂ। ਪਰ ਅਗਲੇ ਦਿਨ ਉਹ ਫਿਰ ਸਾਡੇ ਘਰ ਮੌਜੂਦ ਸੀ। ਉਸ ਨੂੰ ਹਿੰਮਤ ਸਿਰਫ ਮੇਰੀ ਮਾਂ ਦੀ ਵਜ੍ਹਾ ਨਾਲ ਮਿਲ ਰਹੀ ਸੀ, ਕਿਉਂਕਿ ਉਹ ਮੇਰੀ ਮਾਂ ਨੂੰ ਮਿਲਣ ਆਉਂਦਾ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ। ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਹੀ ਸੀ। ਮੇਰਾ ਨਾਮ ਰਾਹੁਲ ਹੈ। ਅਸੀਂ ਇੱਕ ਪਿੰਡ ਵਿੱਚ ਰਹਿੰਦੇ ਹਾਂ। ਮੇਰੀ ਮਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਹੋ ਗਿਆ ਸੀ। ਘਰ ਵਿੱਚ ਮੇਰੀ ਮਾਂ ਤੇ ਮੇਰੀਆਂ 2 ਭੈਣਾਂ ਤੇ ਇੱਕ ਮੈਂ ਹੀ ਸੀ। ਮੇਰੇ ਪਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਸੀ, ਇਸ ਲਈ ਘਰ ਦਾ ਵੱਡਾ ਮੈਂ ਹੀ ਸੀ। ਮੇਰੀ ਮਾਂ ਨੂੰ ਮੈਂ ਸਾਰੀ ਜ਼ਿੰਦਗੀ ਉਦਾਸ ਹੀ ਵੇਖਿਆ, ਹਮੇਸ਼ਾ ਰੋਂਦੇ ਹੋਏ ਵੇਖਿਆ, ਕਦੀ ਕਿਸੇ ਗੱਲ 'ਤੇ ਖੁਸ਼ ਨਹੀਂ ਸੀ ਵੇਖਿਆ। ਉਹਨਾਂ ਦੀ ਸਾਰੀ ਜ਼ਿੰਦਗੀ ਗੁਜ਼ਰ ਗਈ ਸੀ, ਪਰ ਉਹਨਾਂ ਦੀਆਂ ਅੱਖਾਂ ਵਿੱਚ ਕਦੀ ਵੀ ਸੱਚੀ ਖੁਸ਼ੀ ਨਹੀਂ ਵੇਖੀ। ਜਦੋਂ ਪਾਪਾ ਇਸ ਦੁਨੀਆ ਤੋਂ ਚਲੇ ਗਏ ਤਾਂ ਵੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ, ਪਰ ਉਹਨਾਂ ਦੇ ਚਿਹਰੇ 'ਤੇ ਪਹਿਲਾਂ ਨਾਲੋਂ ਜ਼ਿਆਦਾ ਉਦਾਸੀ ਸੀ। ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਪਾਲਿਆ, ਪਰ ਕਦੇ ਨਾ ਤੇ ਹੱਸੇ ਤੇ ਨਾ ਹੀ ਸਾਡੇ ਨਾਲ ਗੱਲ ਕੀਤੀ। ਅਸੀਂ ਆਪਣੀ ਮਾਂ ਨੂੰ ਖੁਸ਼ ਵੇਖਣਾ ਚਾਹੁੰਦੇ ਸੀ ਤੇ ਹੁਣ ਸਾਨੂੰ ਆਦਤ ਪੈ ਗਈ ਸੀ। ਅਸੀਂ ਕਹਿੰਦੇ ਸੀ ਕਿ ਮਾਂ ਤਾਂ ਇਵੇਂ ਦੀ ਹੀ ਹੈ। ਮੇਰੀ ਮਾਂ ਦੀ ਉਮਰ ਜ਼ਿਆਦਾ ਨਹੀਂ ਸੀ, ਉਹ ਅਜੇ ਵੀ ਜਵਾਨ ਤੇ ਖੂਬਸੂਰਤ ਸੀ, ਪਰ ਸਾਡੇ ਸਮਾਜ ਵਿੱਚ ਵਿਧਵਾ ਔਰਤਾਂ ਨੂੰ ਦੁਬਾਰਾ ਵਿਆਹ ਕਰਵਾਉਣਾ ਬਹੁਤ ਮੁਸ਼ਕਲ ਹੁੰਦਾ, ਉਹ ਵੀ ਉਦੋਂ ਜਦੋਂ ਉਸਦੇ ਬੱਚੇ ਜਵਾਨ ਹੋਣ। ਮੇਰੇ ਦਿਮਾਗ ਵਿੱਚ ਵੀ ਕਦੀ ਇਹੋ ਜਿਹੀ ਗੱਲ ਨਹੀਂ ਆਈ। ਇੱਕ ਦਿਨ ਸਾਡੇ ਘਰ ਇੱਕ ਮੁੰਡਾ ਆਇਆ ਜਿਸ ਦਾ ਨਾਮ ਰਾਕੇਸ਼ ਸੀ। ਮੇਰੀ ਮਾਂ ਉਸ ਨੂੰ ਵੇਖ ਕੇ ਖੁਸ਼ੀ ਨਾਲ ਪਾਗਲ ਹੋ ਗਈ। ਮੇਰੀ ਮਾਂ ਨੇ ਕਿਹਾ ਕਿ ਇਹ ਮੇਰੇ ਕਜ਼ਨ ਦਾ ਬੇਟਾ ਹੈ, ਇਸੇ ਲਈ ਅਸੀਂ ਉਸ ਨੂੰ ਘਰ ਆਉਣ ਦਿੱਤਾ, ਪਰ ਮੇਰੀਆਂ ਭੈਣਾਂ ਦਾ ਉਹਦੇ ਕੋਲੋਂ ਪਰਦਾ ਹੀ ਸੀ। ਮੇਰੀ ਮਾਂ ਨੇ ਉਹਦੇ ਲਈ ਖਾਣਾ ਬਣਾਇਆ। ਮੇਰੀ ਮਾਂ ਨੇ ਇੰਨਾ ਸਵਾਦਿਸ਼ਟ ਖਾਣਾ ਬਣਾਇਆ ਕਿ ਉਹਨਾਂ ਨੇ ਅੱਜ ਤੱਕ ਇੰਨਾ ਮਜ਼ੇਦਾਰ ਖਾਣਾ ਨਹੀਂ ਬਣਾਇਆ ਸੀ। ਮੈਂ ਤਾਂ ਹੈਰਾਨ ਰਹਿ ਗਿਆ ਸੀ ਕਿ ਮੇਰੀ ਮਾਂ ਨੂੰ ਇੰਨਾ ਸਵਾਦੀ ਖਾਣਾ ਵੀ ਬਣਾਉਣਾ ਆਉਂਦਾ ਹੈ। ਮੇਰੀ ਉਮਰ 20 ਸਾਲ ਦੀ ਹੋ ਗਈ ਸੀ। 20 ਸਾਲਾਂ ਵਿੱਚ ਮੈਂ ਆਪਣੀ ਮਾਂ ਦੇ ਹੱਥਾਂ ਦਾ ਇੰਨਾ ਲਜ਼ੀਜ਼ ਖਾਣਾ ਖਾ ਕੇ ਨਹੀਂ ਵੇਖਿਆ ਸੀ। ਮੇਰੀ ਮਾਂ ਨੇ ਉਹ ਖਾਣਾ ਰਾਕੇਸ਼ ਦੇ ਅੱਗੇ ਰੱਖ ਦਿੱਤਾ। ਸਾਰਾ ਟੇਬਲ ਇਸ ਤਰ੍ਹਾਂ ਭਰ ਦਿੱਤਾ ਜਿਵੇਂ ਕੋਈ ਵਿਆਹ ਹੋਵੇ। ਉਸਨੇ ਵੀ ਮਜ਼ੇ ਲੈ ਕੇ ਖਾਣਾ ਖਾਧਾ। ਮੇਰੀ ਮਾਂ ਉਹਦੇ ਨਾਲ ਗੱਲਾਂ ਕਰਦੀ ਰਹੀ ਤੇ ਆਪਣੇ ਪੁਰਾਣੇ ਰਿਸ਼ਤੇਦਾਰਾਂ ਦੀਆਂ ਉਹਨਾਂ ਬਾਰੇ ਪੁੱਛਦੀ ਰਹੀ। ਮੇਰੇ ਪਾਪਾ ਨੇ ਕਦੀ ਵੀ ਮੇਰੀ ਮਾਂ ਦੇ ਰਿਸ਼ਤੇਦਾਰਾਂ ਨੂੰ ਘਰ ਨਹੀਂ ਆਉਣ ਦਿੱਤਾ ਸੀ।
ਕਿਉਂਕਿ ਮੇਰੀ ਮਾਂ ਦੇ ਮਾਂ-ਬਾਪ ਤਾਂ ਪਹਿਲਾਂ ਹੀ ਮਰ ਚੁੱਕੇ ਸੀ। ਬਾਕੀ ਸਾਰੇ ਇਹਨਾਂ ਦੇ ਦੂਰ ਦੇ ਰਿਸ਼ਤੇਦਾਰ ਸੀ। ਮੇਰੇ ਪਾਪਾ ਨੇ ਉਹਨਾਂ ਨੂੰ ਕਦੀ ਵੀ ਘਰ ਨਹੀਂ ਆਉਣ ਦਿੱਤਾ। ਇਹੋ ਜਿਹੀਆਂ ਗੱਲਾਂ ਨੂੰ ਉਹ ਬੁਰਾ ਮੰਨਦੇ ਸੀ। ਉਹ ਕਹਿੰਦੇ ਸੀ ਕਿ ਘਰ ਵਿੱਚ ਜਵਾਨ ਧੀਆਂ ਨੇ, ਇਸ ਲਈ ਗੈਰ ਲੋਕਾਂ ਦਾ ਘਰ ਵਿੱਚ ਆਉਣਾ ਠੀਕ ਨਹੀਂ। ਮੇਰੀ ਵੀ ਇਹੀ ਸੋਚ ਸੀ। ਇਹ ਲੜਕਾ ਮੇਰੀ ਮਾਂ ਦੀ ਕਜ਼ਨ ਦਾ ਬੇਟਾ ਸੀ। ਇਹਨਾਂ ਦੀ ਭੈਣ ਦਾ ਜਾਂ ਭਰਾ ਦਾ ਕੋਈ ਬੱਚਾ ਨਹੀਂ ਸੀ। ਕਜ਼ਨ ਦੇ ਨਾਲ ਖੂਨ ਦਾ ਰਿਸ਼ਤਾ ਹੁੰਦਾ ਹੈ, ਪਰ ਸਾਡੇ ਇੱਥੇ ਰਿਸ਼ਤੇ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਬਸ ਖੂਨੀ ਰਿਸ਼ਤਿਆਂ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ। ਅਤੇ ਫਿਰ ਮਾਂ ਦੇ ਕਜ਼ਨ ਦਾ ਬੇਟਾ, ਜਿਸ ਨੂੰ ਅਸੀਂ ਅੱਜ ਤੱਕ ਜ਼ਿੰਦਗੀ ਵਿੱਚ ਕਦੀ ਨਹੀਂ ਵੇਖਿਆ ਸੀ, ਪਰ ਉਹ ਹੁਣ ਸਾਡੇ ਘਰ ਆਉਂਦਾ ਜਾਂਦਾ ਸੀ। ਜਦੋਂ ਵੀ ਉਹ ਸਾਡੇ ਘਰ ਦਾ ਮੇਰੀ ਮਾਂ ਆਉਂਦਾ, ਮੇਰੀ ਮਾਂ ਦੀ ਖੁਸ਼ੀ ਦੁੱਗਣੀ ਹੋ ਜਾਂਦੀ। ਉਹਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ। ਅਸੀਂ ਤਾਂ ਇਹ ਵੀ ਭੁੱਲ ਗਏ ਸੀ ਕਿ ਮੇਰੀ ਮਾਂ ਆਖਰੀ ਵਾਰ ਕਦੋਂ ਮੁਸਕਰਾਈ ਸੀ। ਪਰ ਹੁਣ ਜਦੋਂ ਦਾ ਉਹ ਲੜਕਾ ਸਾਡੇ ਘਰ ਆ ਰਿਹਾ ਹੈ, ਮੇਰੀ ਮਾਂ ਬਹੁਤ ਖੁਸ਼ ਰਹਿੰਦੀ ਹੈ। ਉਹ ਵੀ ਹੁਣ ਹਰ ਦੂਜੇ ਤੀਜੇ ਦਿਨ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਮੇਰੀ ਮਾਂ ਲਈ ਸਮਾਨ ਵੀ ਲੈ ਕੇ ਆਉਂਦਾ ਹੈ। ਮੇਰੀ ਮਾਂ ਕਹਿੰਦੀ ਹੈ ਕਿ ਸਾਰੀ ਉਮਰ ਬਾਹਰਲੇ ਮੁਲਕ ਵਿੱਚ ਰਿਹਾ ਹੈ, ਹੁਣ ਹੀ ਪਿੰਡ ਆਇਆ ਹੈ, ਇਸੇ ਲਈ ਇਹ ਮੈਨੂੰ ਮਿਲਣ ਆ ਜਾਂਦਾ ਹੈ। ਸ਼ੁਰੂ ਵਿੱਚ ਮੈਨੂੰ ਉਸ ਦੇ ਆਉਣ 'ਤੇ ਕੋਈ ਮਸਲਾ ਨਹੀਂ ਸੀ, ਪਰ ਹੁਣ ਮੈਨੂੰ ਉਹ ਖਟਕਣ ਲੱਗਾ ਸੀ। ਪਰ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਸਾਡੇ ਘਰ ਇੰਨਾ ਆਵੇ ਜਾਵੇ। ਮੇਰੀ ਮਾਂ ਦੀਆਂ ਹਰਕਤਾਂ ਵੀ ਕੁਝ ਅਜੀਬ ਜਿਹੀਆਂ ਹੋ ਗਈਆਂ ਸੀ। ਉਹ ਘਰ ਆਇਆ ਤਾਂ ਮੇਰੀ ਮਾਂ ਨਵਾਂ ਸੂਟ ਪਾ ਕੇ ਤਿਆਰ ਹੋ ਗਈ, ਉਹ ਵੀ ਬਹੁਤ ਗੂੜ੍ਹੇ ਰੰਗ ਦਾ, ਅਤੇ ਤਿਆਰ ਵੀ ਬਹੁਤ ਹੋਈ ਸੀ। ਮੈਂ ਮਾਂ ਨੂੰ ਪੁੱਛਿਆ ਕਿ ਪਿੰਡ ਵਿੱਚ ਕੋਈ ਵਿਆਹ ਹੈ। ਮਾਂ ਨੇ ਕਿਹਾ ਨਹੀਂ, ਵੈਸੇ ਹੀ ਤਿਆਰ ਹੋਣ ਨੂੰ ਦਿਲ ਕੀਤਾ ਹੈ, ਅਤੇ ਮੈਂ ਤਿਆਰ ਹੋ ਗਈ। ਮੇਰੀ ਮਾਂ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਕਦੀ ਵੀ ਤਿਆਰ ਨਹੀਂ ਹੋਈ ਸੀ, ਬਲਕਿ ਉਦੋਂ ਵੀ ਨਹੀਂ ਹੋਈ ਜਦੋਂ ਮੇਰੇ ਪਾਪਾ ਜਿੰਦਾ ਸੀ। ਮੇਰੀ ਮਾਂ ਨੇ ਉਹਨਾਂ ਨੂੰ ਕਦੀ ਵੀ ਕੋਈ ਖੁਸ਼ੀ ਨਹੀਂ ਦਿੱਤੀ। ਥੋੜ੍ਹੀ ਦੇਰ ਬਾਅਦ ਰਾਕੇਸ਼ ਘਰ ਵਿੱਚ ਦਾਖਲ ਹੋ ਗਿਆ। ਮਾਂ ਨੇ ਖਾਣਾ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਸੀ। ਫਿਰ ਉਹਨਾਂ ਨੇ ਆਪਣੇ ਕਮਰੇ ਵਿੱਚ ਬੈਠ ਕੇ ਦੋਨਾਂ ਨੇ ਖਾਣਾ ਖਾਧਾ ਅਤੇ ਮੇਰੀ ਮਾਂ ਮੈਨੂੰ ਖਾਣਾ ਦੇਣਾ ਹੀ ਭੁੱਲ ਗਈ। ਜਦੋਂ ਮੈਂ ਮਾਂ ਕੋਲੋਂ ਖਾਣਾ ਮੰਗਿਆ ਤਾਂ ਉਹਨਾਂ ਨੇ ਕਿਹਾ ਕਿ ਸਭ ਕੁਝ ਬਣਿਆ ਪਿਆ ਹੈ, ਆਪਣੀ ਭੈਣ ਨੂੰ ਕਹੋ ਕਿ ਪਲੇਟ ਵਿੱਚ ਪਾ ਕੇ ਦੇ ਅਤੇ ਬੈਠ ਕੇ ਖਾ ਲਾ। ਮੈਂ ਹੈਰਾਨ ਰਹਿ ਗਿਆ ਕਿ ਮੇਰੀ ਮਾਂ ਨੂੰ ਮੇਰੀ ਕੋਈ ਪਰਵਾਹ ਨਹੀਂ। ਇਸ ਤੋਂ ਪਹਿਲਾਂ ਤਾਂ ਖਾਣਾ ਲੈ ਕੇ ਉਹ ਮੇਰੇ ਅੱਗੇ ਪਿੱਛੇ ਘੁੰਮਦੀ ਹੁੰਦੀ ਸੀ। ਉਹ ਥੋੜ੍ਹੀ ਦੇਰ ਬੈਠਾ ਰਿਹਾ, ਉਸ ਤੋਂ ਬਾਅਦ ਉਹ ਚਲਾ ਗਿਆ। ਜਦੋਂ ਉਹ ਚਲਾ ਗਿਆ ਤਾਂ ਮੇਰੀ ਮਾਂ ਨੇ ਕੱਪੜੇ ਬਦਲ ਲਏ। ਮੇਰੀ ਭੈਣ ਨੇ ਮਜ਼ਾਕ ਵਿੱਚ ਕਹਿ ਵੀ ਦਿੱਤਾ, ਇਹ ਅੱਜ ਕੱਲ੍ਹ ਤਾਂ ਤੁਸੀਂ ਬਹੁਤ ਖੁਸ਼ ਰਹਿੰਦੇ ਹੋ ਜਦੋਂ ਦਾ ਰਾਕੇਸ਼ ਸਾਡੇ ਘਰ ਆਉਂਦਾ ਹੈ। ਮੇਰੀ ਮਾਂ ਨੇ ਕਿਹਾ ਕਿ ਹਾਂ, ਸ਼ੁਕਰ ਹੈ ਪ੍ਰਮਾਤਮਾ ਦਾ, ਹੁਣ ਮੈਂ ਖੁਸ਼ ਰਹਿੰਦੀ ਹਾਂ। ਪਰ ਮੈਨੂੰ ਇਹ ਸਾਰਾ ਕੁਝ ਠੀਕ ਨਹੀਂ ਲੱਗ ਰਿਹਾ ਸੀ। ਉਹ ਮੇਰੀ ਮਾਂ ਦੇ ਲਈ ਬਹੁਤ ਸਾਰੇ ਤੋਹਫੇ ਵੀ ਲੈ ਕੇ ਆਉਂਦਾ ਸੀ, ਮੇਰੀਆਂ ਭੈਣਾਂ ਲਈ ਵੀ ਚੀਜ਼ਾਂ ਲੈ ਕੇ ਆਉਂਦਾ ਸੀ, ਪਰ ਮੇਰੀ ਮਾਂ ਦੇ ਵਾਸਤੇ ਕੁਝ ਜ਼ਿਆਦਾ ਹੀ ਸਮਾਨ ਲੈ ਕੇ ਆਉਂਦਾ ਸੀ। ਘਰ ਵਿੱਚ ਸਾਰਾ ਦਿਨ ਮਾਂ ਉਸੇ ਦੀਆਂ ਹੀ ਗੱਲਾਂ ਕਰਦੀ ਰਹਿੰਦੀ, ਉਸੇ ਦੀਆਂ ਹੀ ਤਾਰੀਫਾਂ ਦੇ ਪੁੱਲ ਬੰਨ੍ਹਦੀ ਰਹਿੰਦੀ। ਬਸ ਸਾਰਾ ਦਿਨ ਸਾਡੇ ਘਰ ਉਸੇ ਦੀਆਂ ਗੱਲਾਂ ਹੀ ਹੁੰਦੀਆਂ ਰਹਿੰਦੀਆਂ। ਮੇਰੀਆਂ ਭੈਣਾਂ ਵੀ ਕਹਿੰਦੀਆਂ ਕਿ ਰਾਕੇਸ਼ ਤਾਂ ਸਾਡੇ ਘਰ ਬਹੁਤ ਮਸ਼ਹੂਰ ਹੋ ਗਿਆ ਹੈ। ਮੈਂ ਆਪਣੀਆਂ ਭੈਣਾਂ ਨੂੰ ਕਿਹਾ ਕਿ ਤੁਸੀਂ ਉਸ ਦੇ ਸਾਹਮਣੇ ਤਾਂ ਨਹੀਂ ਆਉਂਦੀਆਂ। ਉਹਨਾਂ ਨੇ ਕਿਹਾ, ਮਾਂ ਨੇ ਕਿਹਾ ਹੈ ਕਿ ਤੁਹਾਡਾ ਉਹਦੇ ਸਾਹਮਣੇ ਕੋਈ ਪਰਦਾ ਨਹੀਂ ਹੈ। ਮੈਨੂੰ ਇਹ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਕਿ ਉਹ ਸਾਡਾ ਕੋਈ ਖੂਨੀ ਰਿਸ਼ਤੇਦਾਰ ਨਹੀਂ ਹੈ। ਉਹ ਮਾਂ ਦੀ ਕੋਈ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੈ ਤਾਂ ਉਹਦੇ ਸਾਹਮਣੇ ਪਰਦੇ ਵਿੱਚ ਰਹਿਣਾ ਚਾਹੀਦਾ ਹੈ। ਮੈਂ ਆਪਣੀਆਂ ਭੈਣਾਂ ਨੂੰ ਡਾਂਟ ਦਿੱਤਾ ਅਤੇ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਮਾਂ ਕਹੇ ਵੀ ਤਾਂ ਤੁਸੀਂ ਰਾਕੇਸ਼ ਦੇ ਸਾਹਮਣੇ ਨਹੀਂ ਆਉਣਾ। ਇੱਕ ਦਿਨ ਮੈਂ ਮਾਂ ਨੂੰ ਕਿਹਾ ਕਿ ਉਸ ਦਾ ਆਉਣਾ ਜਾਣਾ ਬੰਦ ਕਰੋ। ਹੁਣ ਮੈਂ ਇਸ ਬਾਰੇ ਮਾਂ ਨਾਲ ਹੀ ਗੱਲ ਕਰ ਸਕਦਾ ਸੀ। ਜਦੋਂ ਮੈਂ ਇਹ ਗੱਲ ਕੀਤੀ ਤਾਂ ਮਾਂ ਦਾ ਚਿਹਰਾ ਅਜੀਬ ਜਿਹਾ ਹੋ ਗਿਆ ਅਤੇ ਕਹਿਣ ਲੱਗੀ ਕਿ ਤੂੰ ਇਹ ਗੱਲ ਕਿਵੇਂ ਕਹਿ ਦਿੱਤੀ? ਉਹ ਮੇਰੇ ਕਜ਼ਨ ਦਾ ਬੇਟਾ ਹੈ। ਮੈਂ ਕਿਹਾ ਕਿ ਕਜ਼ਨ ਦਾ ਬੇਟਾ ਹੈ ਤਾਂ ਕੀ ਹੋ ਗਿਆ? ਉਹ ਤੁਹਾਡਾ ਬੇਟਾ ਤਾਂ ਨਹੀਂ? ਕਿਉਂ ਵਾਰ-ਵਾਰ ਆਉਂਦਾ ਹੈ ਸਾਡੇ ਘਰ? ਉਹ ਜੇਕਰ ਮਿਲਣ ਆਉਣਾ ਵੀ ਹੈ ਤਾਂ ਮਹੀਨੇ ਵਿੱਚ ਆਵੇ, 2 ਮਹੀਨੇ ਬਾਅਦ ਆਵੇ। ਉਹ ਤਾਂ ਹਰ ਰੋਜ਼ ਤੁਰਿਆ ਰਹਿੰਦਾ ਆ। ਮੇਰੀਆਂ ਜਵਾਨ ਭੈਣਾਂ ਵੀ ਆ। ਮਾਂ ਨੇ ਕਿਹਾ ਕਿ ਤੇਰੀਆਂ ਭੈਣਾਂ ਨੂੰ ਉਸ ਤੋਂ ਕੋਈ ਖਤਰਾ ਨਹੀਂ ਆ। ਮੈਂ ਕਿਹਾ ਕਿਉਂ ਖਤਰਾ ਕਿਉਂ ਨਹੀਂ ਆ? ਕਿਸੇ ਨੂੰ ਵੀ ਖਤਰਾ ਹੋ ਸਕਦਾ ਹੈ। ਮੈਂ ਕਿਹਾ ਕਿ ਗੱਲ ਸਿਰਫ ਜਵਾਨ ਭੈਣਾਂ ਦੀ ਨਹੀਂ। ਮੇਰੀ ਮਾਂ ਮੈਨੂੰ ਅਜੀਬ ਨਜ਼ਰਾਂ ਨਾਲ ਵੇਖਣ ਲੱਗ ਪਈ। ਉਹ ਸਮਝ ਗਈ ਸੀ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਉਹਨਾਂ ਨੇ ਕਿਹਾ ਕਿ ਉਸ ਦਾ ਇਸ ਘਰ ਵਿੱਚ ਆਉਣਾ ਜਾਣਾ ਬੰਦ ਨਹੀਂ ਹੋਵੇਗਾ। ਜੇਕਰ ਉਸ ਦਾ ਆਉਣਾ ਜਾਣਾ ਬੰਦ ਹੋਇਆ ਤਾਂ ਮੈਂ ਮਰ ਜਾਊਂਗੀ। ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ। ਮੇਰੀ ਮਾਂ ਨੇ ਕਿਹਾ ਕਿ ਹੁਣ ਤਾਂ ਮੈਂ ਖੁਸ਼ ਰਹਿਣ ਲੱਗੀ ਹਾਂ, ਤੈਨੂੰ ਮੇਰੀ ਖੁਸ਼ੀ ਤੋਂ ਕੀ ਤਕਲੀਫ ਹੈ? ਮੈਨੂੰ ਮੇਰੀ ਮਾਂ ਦੀ ਗੱਲ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ। ਮੇਰਾ ਦਿਮਾਗ ਵਾਰ-ਵਾਰ ਉਹੀ ਗੱਲ ਸੋਚ ਰਿਹਾ ਸੀ ਜੋ ਸੋਚਣਾ ਚਾਹੁੰਦਾ ਸੀ। ਮੇਰੀ ਮਾਂ ਦੀਆਂ ਗੱਲਾਂ ਦਾ ਹੋਰ ਕੋਈ ਮਤਲਬ ਨਹੀਂ ਹੋ ਸਕਦਾ ਸੀ।
ਉਹ ਕਹਿਣਾ ਕੀ ਚਾਹੁੰਦੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਖੁਦ ਹੀ ਰਾਕੇਸ਼ ਨਾਲ ਗੱਲ ਕਰਾਂਗਾ, ਪਰ ਇੱਕ ਦਿਨ ਮੇਰੇ ਉੱਤੇ ਜਿਵੇਂ ਕਿਆਮਤ ਆ ਗਈ ਹੋਵੇ। ਜਦੋਂ ਮੈਂ ਘਰ ਵਿੱਚ ਆਇਆ ਤਾਂ ਮੈਂ ਆਪਣੀਆਂ ਭੈਣਾਂ ਨੂੰ ਪੁੱਛਿਆ ਕਿ ਮਾਂ ਕਿੱਥੇ ਹੈ, ਤਾਂ ਉਹ ਕਹਿਣ ਲੱਗੀ ਕਿ ਉਹ ਕਮਰੇ ਵਿੱਚ ਬੈਠੀ ਹੈ ਅਤੇ ਰਾਕੇਸ਼ ਆਇਆ ਹੋਇਆ ਹੈ। ਜਦੋਂ ਮੈਂ ਟਾਈਮ ਵੇਖਿਆ ਤਾਂ ਰਾਤ ਦੇ 10 ਵਜੇ ਹੋਏ ਸੀ। ਉਹ ਅੱਗੋਂ ਪਿੱਛੋਂ ਵੀ ਆਉਂਦਾ ਸੀ, ਪਰ ਉਹ 10 ਵਜੇ ਆਪਣੇ ਘਰ ਵਾਪਸ ਚਲਾ ਜਾਂਦਾ ਸੀ। ਇਸ ਵਕਤ ਉਸ ਦਾ ਸਾਡੇ ਘਰ ਵਿੱਚ ਕੀ ਕੰਮ ਸੀ? ਮੈਂ ਮਾਂ ਦੇ ਕਮਰੇ ਵਿੱਚ ਜਾਣ ਹੀ ਲੱਗਾ ਕਿ ਮੇਰੀ ਨਜ਼ਰ ਖਿੜਕੀ ਵਿੱਚ ਦੀ ਪਹਿਲਾਂ ਹੀ ਕਮਰੇ ਵਿੱਚ ਪੈ ਗਈ। ਫਿਰ ਮੈਂ ਅੰਦਰ ਦਾ ਜੋ ਮੰਜ਼ਰ ਆਪਣੀਆਂ ਅੱਖਾਂ ਨਾਲ ਵੇਖਿਆ, ਉਹ ਵੇਖ ਕੇ ਮੇਰੇ ਹੋਸ਼ ਉੱਡ ਗਏ। ਰਾਕੇਸ਼ ਮੇਰੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਪਿਆ ਸੀ ਅਤੇ ਮੇਰੀ ਮਾਂ ਉਸ ਦੇ ਸਿਰ 'ਤੇ ਹੱਥ ਫੇਰ ਰਹੀ ਸੀ। ਇਹ ਸਭ ਵੇਖ ਕੇ ਮੇਰੇ ਗੁੱਸੇ ਦਾ ਕੋਈ ਅੰਤ ਨਾ ਰਿਹਾ। ਮੈਂ ਦਰਵਾਜ਼ੇ ਨੂੰ ਲੱਤ ਮਾਰੀ ਅਤੇ ਅੰਦਰ ਚਲਾ ਗਿਆ। ਮੈਂ ਰਾਕੇਸ਼ ਨੂੰ ਗਲੇ ਤੋਂ ਫੜ ਲਿਆ ਅਤੇ ਉਸ ਨੂੰ ਕਿਹਾ ਕਿ ਤੇਰੀ ਇੰਨੀ ਹਿੰਮਤ, ਮੇਰੇ ਘਰ ਤੋਂ ਨਿਕਲ ਜਾ। ਮੇਰੀ ਮਾਂ ਮੈਨੂੰ ਰੋਕਣ ਲੱਗੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਆ ਰਹੀ? ਅਤੇ ਫਿਰ ਮੈਂ ਰਾਕੇਸ਼ ਨੂੰ ਕਿਹਾ ਕਿ ਤੈਨੂੰ ਵੀ ਬਿਲਕੁਲ ਸ਼ਰਮ ਨਹੀਂ ਆ ਰਹੀ? ਆਪਣੀ ਮਾਂ ਦੀ ਉਮਰ ਦੀ ਔਰਤ ਨਾਲ ਇਸ ਟਾਈਮ ਕਮਰੇ ਵਿੱਚ ਕੀ ਕਰ ਰਿਹਾ ਆ? ਮੈਂ ਗੁੱਸੇ ਨਾਲ ਪਾਗਲ ਹੋ ਗਿਆ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਰਾਕੇਸ਼ ਦਾ ਗਲਾ ਦਬਾ ਦੇਵਾਂ। ਮੈਂ ਆਪਣੀ ਮਾਂ ਨੂੰ ਕਿਹਾ ਕਿ ਘਰ ਵਿੱਚ ਤੁਹਾਡੀਆਂ ਜਵਾਨ ਧੀਆਂ ਵੀ ਨੇ ਅਤੇ ਤੁਸੀਂ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹੋ? ਕੌਣ ਹੈ ਇਹ ਮੁੰਡਾ? ਕੀ ਰਿਸ਼ਤਾ ਹੈ ਤੁਹਾਡਾ ਇਸ ਨਾਲ? ਮੈਨੂੰ ਨਹੀਂ ਪਤਾ ਕਿ ਤੁਹਾਡਾ ਕਜ਼ਨ ਦਾ ਬੇਟਾ ਹੈ ਵੀ ਜਾਂ ਨਹੀਂ। ਮੈਂ ਬੋਲਦਾ ਜਾ ਰਿਹਾ ਸੀ ਕਿ ਮੇਰੀ ਮਾਂ ਨੇ ਮੇਰੇ ਮੂੰਹ 'ਤੇ ਇੱਕ ਥੱਪੜ ਮਾਰ ਦਿੱਤਾ ਅਤੇ ਮਾਂ ਨੇ ਬੁਰੀ ਤਰ੍ਹਾਂ ਰੋਣਾ ਸ਼ੁਰੂ ਕਰ ਦਿੱਤਾ। ਅਤੇ ਉਸ ਦੇ ਬਾਅਦ ਜੋ ਗੱਲ ਮਾਂ ਨੇ ਮੈਨੂੰ ਦੱਸੀ, ਉਹ ਗੱਲ ਸੁਣ ਕੇ ਮੈਂ ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਪਿਆ। ਮੇਰੀ ਮਾਂ ਨੇ ਕਿਹਾ, ਤੇਰੀ ਜ਼ੁਬਾਨ ਇੰਨੀ ਖੁੱਲ੍ਹ ਗਈ ਹੈ? ਇਹ ਅੱਜ ਤੋਂ ਆਪਣੀ ਮਾਂ 'ਤੇ ਹੀ ਇਲਜ਼ਾਮ ਲਾਉਣ ਲੱਗ ਪਿਆ ਆ? ਤੇਰੀ ਇਹ ਹਰਕਤ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ। ਤੇਰੇ ਪਿਓ ਨਾਲ ਮੇਰਾ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਸੀ, ਜਦੋਂ ਕਿ ਮੇਰਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ, ਛੋਟੀ ਉਮਰ ਵਿੱਚ ਹੀ। ਮੈਂ ਵਿਆਹ ਕਰਵਾ ਲਿਆ ਸੀ ਆਪਣੀ ਮਰਜ਼ੀ ਨਾਲ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਫਿਰ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਕਰਵਾ ਦਿੱਤਾ। ਕਿਸਮਤ ਨੇ ਧੋਖਾ ਦੇ ਦਿੱਤਾ। ਉਹ ਇਨਸਾਨ ਇਸ ਦੁਨੀਆ 'ਤੇ ਨਹੀਂ ਰਿਹਾ। ਇਹ ਉਸੇ ਦੀ ਔਲਾਦ ਆ, ਮੇਰੀ ਪਹਿਲੀ ਔਲਾਦ, ਮੇਰਾ ਪਹਿਲਾ ਬੱਚਾ, ਮੇਰਾ ਬੇਟਾ, ਜਿਸ ਨੂੰ ਮੇਰੇ ਸਹੁਰਿਆਂ ਨੇ ਮੇਰੇ ਕੋਲੋਂ ਖੋਹ ਲਿਆ ਸੀ। ਮੈਂ ਰੋਂਦੀ ਵਿਲਕਦੀ ਰਹੀ, ਆਪਣੇ ਬੱਚੇ ਦੀ ਭੀਖ ਮੰਗਦੀ ਰਹੀ, ਪਰ ਉਹਨਾਂ ਨੇ ਮੈਨੂੰ ਮੇਰਾ ਬੱਚਾ ਵਾਪਸ ਨਹੀਂ ਦਿੱਤਾ ਅਤੇ ਮੈਨੂੰ ਮੇਰੇ ਮਾਂ-ਬਾਪ ਦੇ ਘਰ ਵਾਪਸ ਭੇਜ ਦਿੱਤਾ। ਮੇਰੇ ਮਾਂ-ਬਾਪ ਨੇ ਮੈਨੂੰ ਬੋਝ ਸਮਝ ਕੇ ਮੇਰਾ ਦੂਜਾ ਵਿਆਹ ਕਰਵਾ ਦਿੱਤਾ। ਪਰਮਾਤਮਾ ਨੇ ਮੈਨੂੰ ਫਿਰ ਤੋਂ ਇੱਕ ਬੇਟਾ ਅਤੇ 2 ਬੇਟੀਆਂ ਵੀ ਦੇ ਦਿੱਤੀਆਂ। ਫਿਰ ਮੇਰਾ ਪਤੀ ਵੀ ਇਸ ਦੁਨੀਆ ਤੋਂ ਚਲਾ ਗਿਆ। ਮੈਂ ਕਿਸ ਤਰ੍ਹਾਂ ਮੁਸਕਰਾਉਂਦੀ? ਸਾਰੀ ਜ਼ਿੰਦਗੀ ਮੈਂ ਰੋਂਦੇ ਹੋਏ ਗੁਜ਼ਾਰ ਦਿੱਤੀ। ਮੇਰੇ ਸਹੁਰੇ ਵਾਲਿਆਂ ਨੇ ਮੇਰੇ ਕੋਲੋਂ ਕਸਮ ਲੈ ਲਈ ਕਿ ਮੈਂ ਆਪਣੇ ਬੇਟੇ ਨੂੰ ਮਿਲਣ ਦੀ ਕੋਸ਼ਿਸ਼ ਵੀ ਨਾ ਕਰਾਂ, ਪਰ ਜਦੋਂ ਇਸ ਨੂੰ ਮੇਰੇ ਬਾਰੇ ਪਤਾ ਚੱਲਿਆ ਤਾਂ ਮੈਨੂੰ ਮਿਲਣ ਆ ਗਿਆ। ਹੁਣ ਇਹ ਮੈਨੂੰ ਮਿਲਣ ਆ ਜਾਂਦਾ ਹੈ। ਇਹ ਮੇਰਾ ਆਪਣਾ ਬੱਚਾ ਹੈ, ਮੇਰਾ ਖੁਦ ਦਾ ਬੇਟਾ। ਮੈਨੂੰ ਨਹੀਂ ਮਿਲੂਗਾ ਤਾਂ ਕਿਸ ਨੂੰ ਮਿਲੂਗਾ? ਜਦੋਂ ਕੋਈ ਵਿਛੜਿਆ ਹੋਇਆ ਬੱਚਾ ਆਪਣੀ ਮਾਂ ਨੂੰ ਮਿਲਦਾ ਹੈ ਤਾਂ ਉਸ ਦੀ ਮਾਂ ਦੇ ਚਿਹਰੇ 'ਤੇ ਆਪਣੇ ਆਪ ਹੀ ਖੁਸ਼ੀ ਆ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸੇ ਲਈ ਮੈਂ ਖੁਸ਼ ਰਹਿੰਦੀ ਹਾਂ। ਮੇਰੇ ਕੋਲ ਮੇਰੇ 4 ਬੱਚੇ ਨੇ। ਇਹ ਕੋਈ ਐਸਾ ਵੈਸਾ ਇਨਸਾਨ ਨਹੀਂ ਹੈ, ਇਹ ਇੱਕ ਬਹੁਤ ਵੱਡਾ ਅਫਸਰ ਹੈ। ਇਹ ਸਾਨੂੰ ਸਾਰਿਆਂ ਨੂੰ ਸ਼ਹਿਰ ਲੈ ਕੇ ਜਾਣਾ ਚਾਹੁੰਦਾ ਹੈ। ਉੱਥੇ ਇਹ ਆਪਣਾ ਇੱਕ ਘਰ ਵੀ ਬਣਾ ਰਿਹਾ ਹੈ ਅਤੇ ਤੇਰੀਆਂ ਭੈਣਾਂ ਦਾ ਵੀ ਚੰਗੇ ਘਰ ਵਿੱਚ ਵਿਆਹ ਹੋ ਜਾਵੇਗਾ। ਕਦੋਂ ਤੱਕ ਇਸ ਛੋਟੇ ਜਿਹੇ ਪਿੰਡ ਵਿੱਚ ਬੈਠੇ ਰਹਾਂਗੇ? ਸਾਰੇ ਲੋਕਾਂ ਨਾਲ ਲੜ ਕੇ ਮੇਰੇ ਤੱਕ ਪਹੁੰਚਿਆ ਹੈ। ਇਹ ਤੇਰਾ ਭਰਾ ਹੈ। ਮੈਨੂੰ ਆਪਣੇ ਉੱਪਰ ਬਹੁਤ ਅਫਸੋਸ ਹੋ ਰਿਹਾ ਸੀ ਕਿ ਮੈਂ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ। ਮੈਂ ਕਿਵੇਂ ਦੀਆਂ ਗੱਲਾਂ ਕਰ ਰਿਹਾ ਸੀ। ਫਿਰ ਮੈਂ ਮਾਂ ਕੋਲੋਂ ਉਸੇ ਟਾਈਮ ਮਾफ़ੀ ਮੰਗ ਲਈ ਅਤੇ ਮਾਂ ਨੇ ਵੀ ਮੈਨੂੰ ਮਾफ़ ਕਰ ਦਿੱਤਾ ਅਤੇ ਰਾਕੇਸ਼ ਨੂੰ ਵੀ ਮੈਂ ਗਲੇ ਲਗਾਇਆ ਕਿਉਂਕਿ ਉਹ ਮੇਰਾ ਭਰਾ ਸੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।